ਬੱਚਿਓ ਅੱਜ ਆਪਾਂ ਤੁਹਾਡੇ ਨਾਲ ਮੁਹਾਵਰੇ ਬਾਰੇ ਗੱਲ ਕਰਾਂਗੇ। ਬੱਚਿਓ ਮੁਹਾਵਰੇ ਕੀ ਹੁੰਦੇ ਨੇ? ਮੁਹਾਵਰੇ ਜਦੋਂ ਆਪਾਂ ਬੋਲਦੇ ਆ ਨਾ ਕਈ ਵਾਰ ਤਾਂ ਜਦੋਂ ਆਪਾਂ ਮੁਹਾਵਰਿਆਂ ਦਾ ਇਸਤੇਮਾਲ ਕਰਦੇ ਹਾਂ ਤਾਂ ਆਪਣੀ ਜੋ ਭਾਸ਼ਾ ਹੈ ਇਹ ਬਹੁਤ ਪ੍ਰਭਾਵਸ਼ਾਲੀ ਲੱਗਦੀ ਹੈ। ਮਤਲਬ ਆਪਣੇ ਪੰਜਾਬੀ ਵਿਰਸੇ ਨੂੰ ਪੂਰਾ ਇਹ ਸੰਭਾਲ ਕੇ ਰੱਖਿਆ ਹੋਇਆ ਇਹਨਾਂ ਨੇ। ਜਿਵੇਂ ਕੁੱਜੇ ਵਿੱਚ ਸਮੁੰਦਰ ਹੁੰਦਾ ਨਾ, ਵੀ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਆਪਾਂ ਕਿੰਨੀ ਵੱਡੀ ਗੱਲ ਕਹਿ ਦਿੰਦੇ ਹਾਂ ਜਿਹੜੀ ਸਿੱਧੀ ਅਗਲੇ 'ਤੇ ਪ੍ਰਭਾਵ ਪਾਉਂਦੀ ਹੈ ਜਾ ਕੇ। ਮਤਲਬ ਪ੍ਰਭਾਵਸ਼ਾਲੀ ਆਪਾਂ ਜਦੋਂ ਭਾਸ਼ਾ ਵਰਤਣੀ ਹੋਵੇ ਤਾਂ ਆਪਾਂ ਇਹਨਾਂ ਦਾ ਇਸਤੇਮਾਲ ਕਰਦੇ ਹਾਂ ਬੱਚਿਓ, ਅਤੇ ਆਪਾਂ ਨੂੰ ਆਉਣੇ ਬਹੁਤ ਜ਼ਰੂਰੀ ਨੇ। ਆਪਾਂ ਅਕਸਰ ਦੇਖਦੇ ਹਾਂ ਜਿਹੜੇ ਹੁਣ ਬੱਚੇ ਨੇ ਉਹ ਮੁਹਾਵਰਿਆਂ ਨੂੰ ਇੰਨਾ ਚੰਗੀ ਤਰ੍ਹਾਂ ਨਹੀਂ ਜਾਣਦੇ ਕਿਉਂਕਿ ਘੱਟ ਇਸਤੇਮਾਲ ਕੀਤੇ ਜਾਂਦੇ ਨੇ। ਜੋ ਪਹਿਲਾਂ ਸੀ ਬੱਚੇ ਉਹ ਬਹੁਤ ਸਮਝ ਜਾਂਦੇ ਸੀ, ਇਹਨਾਂ ਨੂੰ ਜਲਦੀ ਸਮਝ ਜਾਂਦੇ ਸੀ। ਕਿਉਂ ਸਮਝਦੇ ਸੀ ਬੱਚਿਓ? ਕਿਉਂਕਿ ਅਕਸਰ ਉਹਨਾਂ ਦੇ ਆਸੇ ਪਾਸੇ ਮੁਹਾਵਰੇ ਜੋ ਵਰਤੇ ਜਾਂਦੇ ਸਨ। ਸੋ ਇਹਨਾਂ ਨੂੰ ਵਰਤਣਾ ਚਾਹੀਦਾ, ਭੁੱਲਣਾ ਨਹੀਂ ਚਾਹੀਦਾ। ਆਪਾਂ ਛੋਟੀ ਜਿਹੀ ਗੱਲ ਨੂੰ ਪੂਰਾ ਕਿਸੇ ਨੂੰ ਸਮਝਾ ਸਕਦੇ ਹਾਂ ਮੁਹਾਵਰਿਆਂ ਦੇ ਰਾਹੀਂ, ਹੈ ਨਾ। ਦੇਖਦੇ ਹਾਂ ਫਿਰ ਮੁਹਾਵਰੇ ਹੁੰਦੇ ਕੀ ਨੇ। ਪਹਿਲਾ ਮੁਹਾਵਰਾ ਉਸਤਾਦੀ ਕਰਨੀ, ਚਲਾਕੀ ਕਰਨੀ। ਸਾਨੂੰ ਕਦੇ ਵੀ ਸਾਊ ਲੋਕਾਂ ਨਾਲ ਉਸਤਾਦੀ ਨਹੀਂ ਕਰਨੀ ਚਾਹੀਦੀ ਜਾਂ ਉਸਤਾਦੀ ਕਰਕੇ ਆਪਣੇ ਕੰਮ ਕਢਾਉਣੇ ਮਾੜੀ ਗੱਲ ਹੈ। ਫਿਰ ਉਸ ਤੋਂ ਬਾਅਦ ਆ ਗਿਆ ਬੱਚਿਓ ਉੱਲੂ ਬੋਲਣੇ, ਸੁਨਸਾਨ ਹੋਣਾ ਜਾਂ ਉਜਾੜ ਹੋਣਾ। ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਘਰਾਂ ਵਿੱਚ ਉੱਲੂ ਬੋਲਦੇ ਹਨ। ਉਂਗਲਾਂ 'ਤੇ ਨਚਾਉਣਾ, ਕਿਸੇ ਨੂੰ ਆਪਣੇ ਵੱਸ ਵਿੱਚ ਰੱਖਣਾ। ਸੁਲਤਾਨਾ ਸਭ ਨੂੰ ਆਪਣੀਆਂ ਉਂਗਲਾਂ 'ਤੇ ਨਚਾਉਣਾ ਜਾਣਦੀ ਹੈ। ਉੱਚਾ ਨੀਵਾਂ ਬੋਲਣਾ, ਨਿਰਾਦਰ ਕਰਨਾ। ਸਿਆਣੇ ਬੱਚੇ ਆਪਣੇ ਤੋਂ ਵੱਡਿਆਂ ਦੇ ਸਾਹਮਣੇ ਕਦੇ ਵੀ ਉੱਚਾ ਨੀਵਾਂ ਨਹੀਂ ਬੋਲਦੇ। ਉੱਲੂ ਸਿੱਧਾ ਕਰਨਾ ਮਤਲਬ ਕੱਢਣਾ। ਸਵਾਰਥੀ ਲੋਕ ਆਪਣਾ ਉੱਲੂ ਸਿੱਧਾ ਕਰਕੇ ਤੁਰਦੇ ਬਣਦੇ ਹਨ। ਉੱਗ ਸੁੱਗ ਨਾ ਮਿਲਣਾ, ਪਤਾ ਨਾ ਲੱਗਣਾ। ਗਿਆਨ ਸਿੰਘ ਦੇ ਗੁਆਚੇ ਹੋਏ ਪੁੱਤਰ ਦੀ ਅਜੇ ਤੱਕ ਕੋਈ ਉੱਗ ਸੁੱਗ ਨਹੀਂ ਮਿਲੀ। 19-21 ਦਾ ਫਰਕ ਹੋਣਾ, ਬਹੁਤ ਥੋੜ੍ਹਾ ਫਰਕ। ਅੰਬਰ ਅਤੇ ਮਨੀ ਬੇਸ਼ੱਕ ਜੋੜੀਆਂ ਭੈਣਾਂ ਹਨ ਪਰ ਉਹਨਾਂ ਦੇ ਸੁਭਾਅ ਵਿੱਚ 19-21 ਦਾ ਫਰਕ ਹੈ। ਉਸਲ ਵੱਟੇ ਭੰਨਣੇ, ਸੁਸਤੀ ਵਿੱਚ ਪਾਸੇ ਮਾਰਨੇ। ਰਾਜੂ ਐਵੇਂ ਉਸਲ ਵੱਟੇ ਨਾ ਭੰਨੀ ਜਾ, ਛੇਤੀ ਕੰਮ ਕਰ। ਅੱਗੇ ਆ ਗਿਆ ਬੱਚੋ ਅਸਮਾਨ ਸਿਰ 'ਤੇ ਚੁੱਕਣਾ, ਬਹੁਤ ਰੌਲਾ ਪਾਉਣਾ। ਅਧਿਆਪਕ ਦੇ ਬਾਹਰ ਜਾਂਦਿਆਂ ਹੀ ਵਿਦਿਆਰਥੀਆਂ ਨੇ ਅਸਮਾਨ ਸਿਰ 'ਤੇ ਚੁੱਕ ਲਿਆ। ਅੱਖਾਂ ਚੁਰਾਉਣਾ, ਸ਼ਰਮ ਮਹਿਸੂਸ ਕਰਨੀ। ਕੋਈ ਅਜਿਹਾ ਕੰਮ ਨਾ ਕਰੋ ਜਿਸ ਕਰਕੇ ਆਪਣੇ ਆਪ ਤੋਂ ਹੀ ਅੱਖਾਂ ਚੁਰਾਉਣੀਆਂ ਪੈ ਜਾਣ। ਉਸ ਤੋਂ ਬਾਅਦ ਆ ਗਿਆ ਬੱਚੋ ਅੱਖਾਂ ਵਿੱਚ ਰੜਕਣਾ, ਬੁਰਾ ਲੱਗਣਾ। ਚੰਗੇ ਇਨਸਾਨ ਹਮੇਸ਼ਾ ਗਲਤ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ। ਅੱਖਾਂ ਉੱਤੇ ਬਿਠਾਉਣਾ, ਘਰ ਆਏ ਮਹਿਮਾਨ ਨੂੰ ਅੱਖਾਂ ਉੱਤੇ ਬਿਠਾਉਣਾ ਪੰਜਾਬੀਆਂ ਦੀ ਖਾਸੀਅਤ ਹੈ। ਅਕਲ ਦਾ ਵੈਰੀ ਹੋਣਾ ਜਾਂ ਮੂਰਖ ਹੁੰਦਾ ਇਹ। ਅਜੀਤ ਤਾਂ ਅਕਲ ਦਾ ਵੈਰੀ ਹੈ, ਕਦੇ ਕੋਈ ਸਮਝਦਾਰੀ ਦੀ ਗੱਲ ਹੀ ਨਹੀਂ ਕਰਦਾ। ਅੱਖਾਂ ਵਿੱਚ ਘੱਟਾ ਪਾਉਣਾ, ਧੋਖਾ ਦੇਣਾ। ਚੋਰ ਸਿਪਾਹੀ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜ ਗਿਆ। ਅੱਖਾਂ ਮੀਟ ਜਾਣਾ, ਮਰ ਜਾਣਾ। ਰੀਤਾ 5 ਸਾਲ ਦੀ ਸੀ ਜਦੋਂ ਉਸਦੇ ਪਿਤਾ ਜੀ ਅੱਖਾਂ ਮੀਟ ਗਏ। ਅੱਗੇ ਆ ਗਿਆ ਅੱਖਾਂ ਫੇਰ ਲੈਣੀਆਂ, ਦੋਸਤੀ ਛੱਡ ਦੇਣੀ। ਸਵਾਰਥੀ ਮਿੱਤਰ ਮੁਸੀਬਤ ਵੇਲੇ ਅੱਖਾਂ ਫੇਰ ਲੈਂਦੇ ਹਨ। ਅੱਡੀ ਚੋਟੀ ਦਾ ਜ਼ੋਰ ਲਾਉਣਾ, ਬਹੁਤ ਮਿਹਨਤ ਕਰਨੀ। ਮਿਹਨਤੀ ਵਿਦਿਆਰਥੀ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ। ਅੰਗ ਪਾਲਣਾ ਜਾਂ ਅੰਗ ਪਾਲਣਾ, ਸਹਾਈ ਹੋਣਾ। ਭਗਵਾਨ ਕ੍ਰਿਸ਼ਨ ਨੇ ਗਰੀਬ ਸੁਦਾਮੇ ਦੀ ਦੋਸਤੀ ਦਾ ਅੰਗ ਪਾਲਿਆ। ਅੱਗੇ ਆ ਗਿਆ ਬੱਚੋ ਅਲਖ ਮੁਕਾਉਣਾ, ਮਾਰ ਦੇਣਾ। ਬਹਾਦਰ ਲੋਕ ਵੈਰੀਆਂ ਦੀ ਅਲਖ ਮੁਕਾ ਕੇ ਹੀ ਦਮ ਲੈਂਦੇ ਹਨ। ਅੰਗੂਠਾ ਦਿਖਾਉਣਾ, ਇਨਕਾਰ ਕਰਨਾ। ਜਦੋਂ ਮੈਂ ਅੰਮ੍ਰਿਤ ਤੋਂ ਉਧਾਰੇ ਦਿੱਤੇ ਪੈਸੇ ਮੰਗੇ ਤਾਂ ਉਸਨੇ ਅੰਗੂਠਾ ਦਿਖਾ ਦਿੱਤਾ। ਅੱਗੇ ਆ ਗਿਆ ਇੱਕ ਅੱਖ ਨਾਲ ਵੇਖਣਾ, ਸਭ ਨੂੰ ਬਰਾਬਰ ਸਮਝਣਾ। ਮਾਂ ਆਪਣੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੀ ਹੈ। ਇੱਕ ਮੁੱਠ ਹੋਣਾ, ਏਕਤਾ ਹੋਣੀ। ਸਾਨੂੰ ਵਿਦੇਸ਼ੀ ਹਮਲਿਆਂ ਦੇ ਇਕਮੁੱਠ ਹੋ ਕੇ ਸਾਹਮਣਾ ਕਰਨਾ ਚਾਹੀਦਾ ਹੈ ਜਾਂ ਵਿਦੇਸ਼ੀ ਹਮਲਿਆਂ ਦਾ ਇਕਮੁੱਠ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਅੱਗੇ ਆ ਗਿਆ ਬੱਚੋ ਇੱਟ ਨਾਲ ਇੱਟ ਖੜਕਾਉਣੀ, ਤਬਾਹੀ ਮਚਾਉਣੀ। ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਅੱਗੇ ਆ ਗਿਆ ਈਦ ਦਾ ਚੰਦ ਹੋਣਾ, ਬਹੁਤ ਚਿਰ ਬਾਅਦ ਮਿਲਣਾ। ਪਿੰਕੀ ਤੂੰ ਤਾਂ ਈਦ ਦਾ ਚੰਦ ਹੋ ਗਈ ਹੈ, ਕਦੇ ਮਿਲਦੀ ਹੀ ਨਹੀਂ। ਈਨ ਮੰਨਣੀ, ਹਾਰ ਮੰਨਣੀ। ਹਰਨਾਕਸ਼ ਨੇ ਆਪਣੇ ਪੁੱਤਰ ਦੇ ਸਾਹਮਣੇ ਈਨ ਮੰਨੀ, ਮਤਲਬ ਹਾਰ ਮੰਨ ਲਈ। ਜਾਂ ਆਪਾਂ ਉਲਟ ਵੀ ਕਹਿ ਸਕਦੇ ਵੀ ਹਰਨਾਕਸ਼ ਦੇ ਆਪਣੇ ਪੁੱਤਰ ਪ੍ਰਹਲਾਦ ਨੇ ਉਸ ਦੀ ਈਨ ਨਾ ਮੰਨੀ।
ਅੱਗੇ ਆ ਗਿਆ ਸੱਤੀ ਕੱਪੜੀ ਅੱਗ ਲੱਗਣੀ, ਬਹੁਤ ਗੁੱਸੇ ਵਿੱਚ ਹੋਣਾ। ਆਪਣੀ ਬੁਰਾਈ ਸੁਣਦਿਆਂ ਹੀ ਉਸਦੇ ਸੱਤੀ ਕੱਪੜੀ ਅੱਗ ਲੱਗ ਗਈ। ਸਰ ਕਰਨਾ, ਜਿੱਤ ਲੈਣਾ। ਹਰੀ ਸਿੰਘ ਨਲੂਏ ਨੇ ਜਦੋਂ ਜਮਰੌਦ ਦਾ ਕਿਲ੍ਹਾ ਸਰ ਕਰ ਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਉਸ 'ਤੇ ਬਹੁਤ ਖੁਸ਼ ਹੋਏ। ਅੱਗੇ ਆ ਗਿਆ ਸਾਹ ਸੁੱਕਣਾ, ਡਰ ਜਾਣਾ। ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾਉਂਦੇ ਸਮੇਂ ਰਮੇਸ਼ ਦੇ ਪੁਲਿਸ ਨਾਕਾ ਵੇਖ ਕੇ ਸਾਹ ਸੁੱਕ ਗਏ। ਇਹੋ ਜਿਹੇ ਕੰਮ ਨਹੀਂ ਕਰਨੇ ਬੱਚਿਓ ਰਮੇਸ਼ ਦੀ ਤਰ੍ਹਾਂ। ਅੱਗੇ ਆ ਗਿਆ ਸਿਰ ਫੇਰਨਾ, ਇਨਕਾਰ ਕਰਨਾ। ਜਦੋਂ ਮੈਂ ਲੋੜ ਪੈਣ 'ਤੇ ਨਿਤਾਸ਼ਾ ਤੋਂ ਪੈਸੇ ਮੰਗੇ ਤਾਂ ਉਸਨੇ ਸਿਰ ਫੇਰ ਦਿੱਤਾ। ਅੱਗੇ ਸਿਰ ਪੈਰ ਨਾ ਹੋਣਾ, ਬਿਲਕੁਲ ਝੂਠ। ਕਮਲੇਸ਼ ਦੀ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਉਸਦੀ ਗੱਲ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਸਿਰ 'ਤੇ ਪੈਣੀ, ਔਕੜਾ ਪੈਣੀ। ਪਿਤਾ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਵਿਚਾਰੇ ਸਤੀਸ਼ ਦੇ ਸਿਰ ਉੱਤੇ ਪੈ ਗਈ। ਸਿਰ ਧੜ ਦੀ ਬਾਜ਼ੀ ਲਾਉਣਾ, ਮਰਨ ਲਈ ਤਿਆਰ ਹੋਣਾ। ਪੰਜਾਬੀ ਹੋਣ ਜਾਂ ਮਰਹੱਟੇ ਜਾਂ ਰਾਜਪੂਤ, ਦੁਸ਼ਮਣ ਨਾਲ ਸਿਰ ਧੜ ਦੀ ਬਾਜ਼ੀ ਲਾ ਕੇ ਲੜਦੇ ਹਨ। ਹੱਥ ਪੈਰ ਮਾਰਨਾ, ਕੋਸ਼ਿਸ਼ ਕਰਨੀ। ਨਰੇਸ਼ ਨੇ ਨੌਕਰੀ ਲੈਣ ਲਈ ਬਹੁਤ ਹੱਥ ਪੈਰ ਮਾਰੇ ਪਰ ਉਸਨੂੰ ਕਿਤੇ ਵੀ ਨੌਕਰੀ ਨਾ ਮਿਲੀ। ਹਰਨ ਹੋ ਜਾਣਾ, ਦੌੜ ਜਾਣਾ। ਪੁਲਿਸ ਨੂੰ ਦੇਖ ਕੇ ਚੋਰ ਹਰਨ ਹੋ ਗਿਆ। ਹੱਥ ਅੱਡਣਾ, ਮੰਗਣਾ। ਅਣਖੀਲਾ ਇਨਸਾਨ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਅੱਡਦਾ। ਹੱਥ ਵਟਾਉਣਾ, ਮਦਦ ਕਰਨਾ। ਸਕੂਲੋਂ ਜਾ ਕੇ ਰਮੇਸ਼ ਦੁਕਾਨ 'ਤੇ ਆਪਣੇ ਪਿਤਾ ਜੀ ਨਾਲ ਹੱਥ ਵਟਾਉਂਦਾ ਹੈ। ਹੱਥੀਂ ਛਾਵਾਂ ਕਰਨੀਆਂ, ਆਸ਼ੀਰਵਾਦ ਦੇਣਾ। ਸਾਡੇ ਸਮਾਜ ਵਿੱਚ ਸੱਸਾਂ ਆਪਣੇ ਜਵਾਈਆਂ ਨੂੰ ਹੱਥੀਂ ਛਾਵਾਂ ਕਰਦੀਆਂ ਹਨ। ਹੱਥ ਤੰਗ ਹੋਣਾ, ਗਰੀਬੀ ਹੋਣੀ। ਮਹਿੰਗਾਈ ਕਾਰਨ ਚੰਗੀ ਤਨਖਾਹ ਲੈਣ ਵਾਲਿਆਂ ਦਾ ਵੀ ਹੱਥ ਤੰਗ ਹੀ ਰਹਿੰਦਾ ਹੈ। ਹੱਥ ਪੀਲੇ ਕਰਨਾ, ਵਿਆਹ ਕਰਨਾ। ਸ਼ਾਮ ਲਾਲ ਨੂੰ ਆਪਣੀ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ। ਕੰਨ ਕੁਤਰਨੇ, ਠੱਗ ਲੈਣਾ। ਚਲਾਕ ਲੋਕ ਵੱਡਿਆਂ ਵੱਡਿਆਂ ਦੇ ਕੰਨ ਕੁਤਰ ਦਿੰਦੇ ਹਨ। ਕੰਨਾਂ ਨੂੰ ਹੱਥ ਲਗਾਉਣਾ, ਤੌਬਾ ਕਰਨੀ। ਜਗਸੀਰ ਨੇ ਜਦੋਂ ਸ਼ਰਾਬ ਨਾ ਪੀਣ ਤੋਂ ਕੰਨਾਂ ਨੂੰ ਹੱਥ ਲਾ ਲਏ ਤਾਂ ਪਰਿਵਾਰ ਨੇ ਸ਼ੁਕਰ ਮਨਾਇਆ। ਅੱਗੇ ਆ ਗਿਆ ਕਲਮ ਦਾ ਧਨੀ, ਸਫਲ ਲੇਖਕ। ਭਾਈ ਵੀਰ ਸਿੰਘ ਜੀ ਕਲਮ ਦੇ ਧਨੀ ਸਨ। ਕੰਨਾਂ 'ਤੇ ਜੂੰ ਨਹੀਂ ਸਰਕਣੀ, ਕੋਈ ਅਸਰ ਨਾ ਹੋਣਾ। ਸਮੀਰ ਦੀ ਮਾਂ ਨੇ ਉਸ ਨੂੰ ਬੁਰੀ ਸੰਗਤ ਤੋਂ ਰੋਕਿਆ ਪਰ ਉਸਦੇ ਕੰਨਾਂ 'ਤੇ ਜੂੰ ਨਾ ਸਰਕੀ। ਕੰਨੀ ਕਤਰਾਉਣਾ, ਜੀ ਚੁਰਾਉਣਾ। ਜੇ ਸਫਲਤਾ ਹਾਸਲ ਕਰਨੀ ਹੈ ਤਾਂ ਮਿਹਨਤ ਤੋਂ ਕੰਨੀ ਨਹੀਂ ਕਤਰਾਉਣਾ ਚਾਹੀਦਾ। ਅੱਗੇ ਆ ਗਿਆ ਖੁੰਭ ਠੱਪਣੀ ਜਾਂ ਬਹੁਤ ਕੁੱਟਣਾ। ਲੋਕਾਂ ਨੂੰ ਲਾਰੇ ਲਾ ਕੇ ਵੋਟਾਂ ਮੰਗਣ ਵਾਲਿਆਂ ਦੀ ਲੋਕਾਂ ਨੇ ਭੇਤ ਖੋਲ੍ਹ ਕੇ ਭਰੇ ਜਲਸੇ ਵਿੱਚ ਖੁੰਭ ਠੱਪ ਦਿੱਤੀ। ਖੂਨ ਖੌਲਣਾ, ਗੁੱਸਾ ਆਉਣਾ। ਬੇਇਨਸਾਫੀ ਹੁੰਦੀ ਵੇਖ ਮੇਰਾ ਖੂਨ ਖੌਲ ਉੱਠਦਾ ਹੈ। ਅੱਗੇ ਆ ਗਿਆ ਬੱਚੋ ਖਿਚੜੀ ਪਕਾਉਣਾ, ਸਲਾਹਾਂ ਕਰਨੀਆਂ। ਸੀਤਾ ਅਤੇ ਗੀਤਾ ਸੁਨੀਤਾ ਦੇ ਖਿਲਾਫ ਹਰ ਵੇਲੇ ਪਤਾ ਨਹੀਂ ਕੀ ਖਿਚੜੀ ਪਕਾਉਂਦੀਆਂ ਰਹਿੰਦੀਆਂ ਹਨ। ਅੱਗੇ ਆ ਗਿਆ ਖੰਡ ਖੀਰ ਹੋਣਾ, ਇੱਕ ਮਿੱਕ ਹੋਣਾ। ਜਦੋਂ ਘਰ ਵਿੱਚ ਸੱਸ ਅਤੇ ਨੂੰਹ ਖੰਡ ਖੀਰ ਹੋ ਕੇ ਰਹਿੰਦੀਆਂ ਹਨ ਤਾਂ ਸਭ ਨੂੰ ਚੰਗਾ ਲੱਗਦਾ ਹੈ। ਖੇਰੂ ਖੇਰੂ ਹੋਣਾ, ਨਿਖੜ ਜਾਣਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਦਰੂਨੀ ਸਾਜ਼ਿਸ਼ਾਂ ਅਤੇ ਅੰਗਰੇਜ਼ਾਂ ਦੀ ਕੂਟਨੀਤੀ ਕਾਰਨ ਸਿੱਖ ਰਾਜ ਖੇਰੂ ਖੇਰੂ ਹੋ ਗਿਆ। ਖਾਰ ਖਾਣੀ, ਈਰਖਾ ਕਰਨੀ। ਕਿਸੇ ਦੀ ਤਰੱਕੀ ਹੁੰਦੀ ਵੇਖ ਕੇ ਸਾਨੂੰ ਖਾਰ ਨਹੀਂ ਖਾਣੀ ਚਾਹੀਦੀ। ਖਿੱਲੀ ਉਡਾਉਣਾ, ਮਜ਼ਾਕ ਉਡਾਉਣਾ। ਸਾਨੂੰ ਬਿਨਾਂ ਵਜ੍ਹਾ ਕਿਸੇ ਦੀ ਖਿੱਲੀ ਨਹੀਂ ਉਡਾਉਣੀ ਚਾਹੀਦੀ। ਗਲ ਪੈਣਾ, ਲੜਨਾ। ਬੀਬੀ ਤੂੰ ਤਾਂ ਐਵੇਂ ਗਲ ਨਾ ਪੈ, ਸਿਆਣੀ ਬਣ। ਠੀਕ ਹੈ। ਗਲਾ ਭਰ ਆਉਣਾ, ਅੱਥਰੂ ਆ ਜਾਣੇ। ਸੁਨਾਮੀ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖੜੇ ਸੁਣ ਕੇ ਮੇਰਾ ਗਲਾ ਭਰ ਆਇਆ। ਗੋਦੜੀ ਦਾ ਲਾਲ, ਗੁੱਜਾ ਗੁਣਵਾਨ। ਲਾਲ ਬਹਾਦਰ ਸ਼ਾਸਤਰੀ ਗੋਦੜੀ ਦੇ ਲਾਲ ਸਨ। ਗੁੱਡੀ ਚੜ੍ਹਨੀ, ਮਾਣ ਇੱਜ਼ਤ ਵਧਾਉਣਾ। ਫਿਲਮੀ ਖੇਤਰ ਵਿੱਚ ਅੱਜ ਕੱਲ੍ਹ ਸ਼ਾਹਰੁਖ ਖਾਨ ਦੀ ਗੁੱਡੀ ਚੜ੍ਹੀ ਹੋਈ ਹੈ। ਗਲ ਪਿਆ ਢੋਲ ਵਜਾਉਣਾ, ਨਾਪਸੰਦ ਕੰਮ ਕਰਨਾ। ਜੋ ਵੀ ਕੰਮ ਕਰੀਏ ਰੂਹ ਨਾਲ ਕਰੀਏ, ਐਵੇਂ ਗਲ ਪਿਆ ਢੋਲ ਵਜਾਉਣਾ ਕੋਈ ਫਾਇਦਾ ਨਹੀਂ ਇਸਦਾ ਜਾਂ ਕੋਈ ਲਾਭ ਨਹੀਂ। ਘਿਓ ਦੇ ਦੀਵੇ ਬਾਲਣੇ, ਖੁਸ਼ੀ ਮਨਾਉਣੀ। ਰਾਹੁਲ ਜਦੋਂ 7 ਸਾਲ ਵਿਦੇਸ਼ ਰਹਿ ਕੇ ਘਰ ਪਰਤਿਆ ਤਾਂ ਉਸਦੇ ਮਾਤਾ ਪਿਤਾ ਨੇ ਘਿਓ ਦੇ ਦੀਵੇ ਬਾਲੇ। ਘੋੜੇ ਵੇਚ ਕੇ ਸੋਣਾ, ਬੇਫਿਕਰ ਸੋਣਾ। ਵਿਦਿਆਰਥੀ ਸਾਲਾਨਾ ਪੇਪਰ ਖਤਮ ਹੋਣ ਤੋਂ ਬਾਅਦ ਜਾਣੋ ਘੋੜੇ ਵੇਚ ਕੇ ਸੌਂਦੇ ਹਨ। ਘਰ ਕਰਨਾ, ਦਿਲ 'ਚ ਬੈਠ ਜਾਣਾ। ਦੇਸ਼ ਦੀ ਵੰਡ ਦਾ ਦੁੱਖ ਅਨੇਕਾਂ ਪੰਜਾਬੀਆਂ ਦੇ ਦਿਲ ਵਿੱਚ ਘਰ ਕਰ ਗਿਆ। ਚਾਂਦੀ ਦੀ ਜੁੱਤੀ ਮਾਰਨਾ, ਰਿਸ਼ਵਤ ਦੇਣੀ। ਉਮੀਦ ਕਰਦੇ ਹਾਂ ਕਿ ਭਾਰਤ ਵਿੱਚ ਛੇਤੀ ਹੀ ਉਹ ਦਿਨ ਆਵੇਗਾ
ਜਦੋਂ ਕਿਸੇ ਨੂੰ ਆਪਣੇ ਕੰਮ ਕਰਵਾਉਣ ਲਈ ਚਾਂਦੀ ਦੀ ਜੁੱਤੀ ਨਹੀਂ ਮਾਰਨੀ ਪਵੇਗੀ। ਚਰਨ ਧੋ ਕੇ ਪੀਣਾ, ਬਹੁਤ ਆਦਰ ਕਰਨਾ। ਅਨੇਕਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਗਿਆਨ ਦੀ ਜੋਤੀ ਜਗਾਉਣ ਵਾਲੇ ਅਧਿਆਪਕ ਦੇ ਤਾਂ ਚਰਨ ਧੋ ਕੇ ਪੀਣ ਨੂੰ ਜੀ ਕਰਦਾ ਹੈ। ਚਾਦਰ ਦੇਖ ਕੇ ਪੈਰ ਪਸਾਰਨੇ, ਆਮਦਨ ਅਨੁਸਾਰ ਖਰਚ ਕਰਨਾ। ਜੇਕਰ ਚਾਦਰ ਦੇਖ ਕੇ ਹੀ ਪੈਰ ਪਸਾਰੋਗੇ, ਬਾਅਦ ਵਿੱਚ ਔਖੇ ਨਹੀਂ ਹੋਵੋਗੇ। ਛੱਕੇ ਛੁਡਾਉਣੇ, ਹਰਾਉਣਾ। ਕਾਰਗਿਲ ਦੀ ਲੜਾਈ ਵਿੱਚ ਭਾਰਤੀ ਫੌਜਾਂ ਨੇ ਪਾਕਿਸਤਾਨੀ ਫੌਜ ਦੇ ਛੱਕੇ ਛੁਡਾ ਦਿੱਤੇ। ਉਸ ਤੋਂ ਬਾਅਦ ਬੱਚੋ, ਛਿੱਲ ਲਾਉਣੀ, ਲੁੱਟ ਲੈਣਾ। ਚਲਾਕ ਦੁਕਾਨਦਾਰ ਭੋਲੇ ਭਾਲੇ ਗਾਹਕਾਂ ਦੀ ਛਿੱਲ ਲਾਉਣ ਤੋਂ ਨਹੀਂ ਝਿਜਕਦੇ। ਛਾਤੀ ਨਾਲ ਲਾਉਣਾ, ਪਿਆਰ ਕਰਨਾ। ਵਿਦੇਸ਼ਾਂ ਵਿੱਚ ਕਈ ਸਾਲਾਂ ਤੱਕ ਧੱਕੇ ਖਾਣ ਪਿੱਛੋਂ ਜਦੋਂ ਕਰਤਾਰ ਘਰ ਪਰਤਿਆ ਤਾਂ ਮਾਪਿਆਂ ਨੇ ਉਸਨੂੰ ਛਾਤੀ ਨਾਲ ਲਾ ਲਿਆ। ਜਾਨ 'ਤੇ ਖੇਡਣਾ, ਜਾਨ ਵਾਰਨੀ। ਸ਼ਹੀਦ ਭਗਤ ਸਿੰਘ ਆਪਣੇ ਦੇਸ਼ ਦੀ ਆਨ ਲਈ ਆਪਣੀ ਜਾਨ 'ਤੇ ਖੇਡ ਗਏ। ਜ਼ੁਬਾਨ ਦੇਣੀ, ਇਕਰਾਰ ਕਰਨਾ। ਜਦੋਂ ਕਿਸੇ ਨੂੰ ਜ਼ੁਬਾਨ ਦਿਓ ਤਾਂ ਉਸਨੂੰ ਹਰ ਹਾਲਤ ਵਿੱਚ ਨਿਭਾਉਣ ਦਾ ਯਤਨ ਕਰੋ। ਜ਼ੁਬਾਨ ਫੇਰ ਲੈਣੀ, ਮੁੱਕਰ ਜਾਣਾ। ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਅਨੰਦਪੁਰ ਦਾ ਕਿਲ੍ਹਾ ਛੱਡਣ ਲਈ ਬੜੇ ਇਕਰਾਰ ਕੀਤੇ, ਪਰ ਗੁਰੂ ਜੀ ਦੇ ਕਿਲ੍ਹੇ ਤੋਂ ਬਾਹਰ ਨਿਕਲਦਿਆਂ ਹੀ ਉਹਨਾਂ ਨੇ ਜ਼ੁਬਾਨ ਫੇਰ ਲਈ। ਟਕੇ ਵਰਗਾ ਜਵਾਬ ਦੇਣਾ, ਕੋਰਾ ਇਨਕਾਰ ਕਰਨਾ। ਮੈਂ ਜੋਤੀ ਤੋਂ ਕੁਝ ਪੈਸੇ ਉਧਾਰ ਮੰਗੇ, ਉਸਨੇ ਮੈਨੂੰ ਟਕੇ ਵਰਗਾ ਜਵਾਬ ਦੇ ਦਿੱਤਾ। ਟਸ ਤੋਂ ਮਸ ਨਾ ਹੋਣਾ, ਕੋਈ ਅਸਰ ਨਾ ਹੋਣਾ। ਗਰੀਬ ਔਰਤ ਨੇ ਪੁਲਿਸ ਅਫਸਰ ਅੱਗੇ ਆਪਣੇ ਨਿਰਦੋਸ਼ ਪੁੱਤਰ ਲਈ ਬਹੁਤ ਮਿੰਨਤਾਂ ਕੀਤੀਆਂ, ਪਰ ਉਹ ਟਸ ਤੋਂ ਮਸ ਨਾ ਹੋਇਆ। ਟਾਲ ਮਟੋਲ ਕਰਨੀ, ਬਹਾਨੇ ਬਣਾਉਣੇ। ਏਜੰਟ ਬਲਬੀਰ ਤੋਂ ਪੈਸੇ ਲੈ ਕੇ ਉਸ ਨੂੰ ਵਿਦੇਸ਼ ਤਾਂ ਨਹੀਂ ਭੇਜ ਸਕਿਆ, ਪਰ ਉਸ ਦੇ ਪੈਸੇ ਮੋੜਨ ਲਈ ਵੀ ਟਾਲ ਮਟੋਲ ਕਰ ਰਿਹਾ ਹੈ। ਠੰਡੀਆਂ ਛਾਵਾਂ, ਸੁੱਖ ਮਾਨਣਾ। ਮਾਪੇ ਆਪਣੀ ਔਲਾਦ ਲਈ ਇਹੋ ਕਾਮਨਾ ਕਰਦੇ ਹਨ ਕਿ ਉਹ ਸਦਾ ਠੰਡੀਆਂ ਛਾਵਾਂ ਮਾਣੇ। ਡਕਾਰ ਜਾਣਾ, ਹਜ਼ਮ ਕਰ ਲੈਣਾ। ਮਹਿੰਦਰ ਦਾ ਲਾਲਚੀ ਭਰਾ ਉਸ ਨਾਲ ਧੋਖਾ ਕਰਕੇ ਉਸ ਦੇ ਹਿੱਸੇ ਦੀ ਸਾਰੀ ਜਾਇਦਾਦ ਡਕਾਰ ਗਿਆ ਹੈ। ਢੇਰੀ ਢਾਉਣੀ, ਹਿੰਮਤ ਹਾਰਨਾ। ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਤਾਂ ਆਉਂਦੇ ਹੀ ਨੇ, ਢੇਰੀ ਢਾਹਿਆਂ ਕੁਝ ਨਹੀਂ ਬਣਦਾ। ਢਿੱਡ ਵਿੱਚ ਚੂਹੇ ਨੱਚਣਾ, ਬਹੁਤ ਭੁੱਖ ਲੱਗਣੀ। ਭੁੱਖ ਨਾਲ ਮੇਰੇ ਢਿੱਡ ਵਿੱਚ ਚੂਹੇ ਨੱਚ ਰਹੇ ਹਨ, ਮੈਨੂੰ ਕੁਝ ਖਾਣ ਲਈ ਚਾਹੀਦਾ ਹੈ। ਤੀਰ ਹੋ ਜਾਣਾ, ਭੱਜ ਜਾਣਾ। ਚੋਰ ਪੁਲਿਸ ਨੂੰ ਆਉਂਦਿਆਂ ਵੇਖ ਕੇ ਤੀਰ ਹੋ ਗਿਆ। ਤੱਤੀ ਵਾਹ ਨਾ ਲੱਗਣੀ, ਕੋਈ ਦੁੱਖ ਨਾ ਲੱਗਣਾ। ਮਾਂ ਬਾਪ ਦੀ ਆਪਣੀ ਔਲਾਦ ਲਈ ਇਹੋ ਅਰਦਾਸ ਹੁੰਦੀ ਹੈ ਕਿ ਉਹਨਾਂ ਨੂੰ ਕਦੇ ਵੀ ਤੱਤੀ ਵਾਹ ਨਾ ਲੱਗੇ। ਤਰਾਹ ਨਿਕਲਣਾ, ਡਰ ਜਾਣਾ। ਵਿਹੜੇ ਵਿੱਚ ਖੜੀ ਕੀਤੀ ਹੋਈ ਆਪਣੀ ਨਵੀਂ ਕਾਰ ਨੂੰ ਸਵੇਰੇ ਉੱਥੇ ਨਾ ਦੇਖ ਕੇ ਸਾਡਾ ਤਰਾਹ ਨਿਕਲ ਗਿਆ। ਤਖ਼ਤ ਉਲਟਾਉਣਾ, ਇਨਕਲਾਬੀ ਲਿਆਉਣੀ ਜਾਂ ਇਨਕਲਾਬ ਲਿਆਉਣਾ। ਮੁਗਲ ਬਾਦਸ਼ਾਹ ਆਪਣੀ ਹਕੂਮਤ ਦਾ ਤਖ਼ਤਾ ਉਲਟਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੰਦੇ ਸਨ। ਥੁੱਕ ਕੇ ਚੱਟਣਾ, ਵਾਅਦੇ ਤੋਂ ਮੁੱਕਰਨਾ। ਅਣਖੀ ਲੋਕ ਕਦੇ ਵੀ ਥੁੱਕ ਕੇ ਨਹੀਂ ਚੱਟਦੇ, ਵਚਨ ਦਿੰਦੇ ਤਾਂ ਨਿਭਾਉਂਦੇ ਵੀ ਹਨ। ਥਰ ਥਰ ਕੰਬਣਾ, ਡਰਨਾ। ਸ਼ੇਰ ਨੂੰ ਆਪਣੇ ਸਾਹਮਣੇ ਦੇਖ ਕੇ ਮੀਤ ਥਰ ਥਰ ਕੰਬਣ ਲੱਗ ਪਿਆ। ਦਿਨ ਫਿਰਨੇ, ਭਾਗ ਜਾਗਣੇ। ਪਰਿਵਾਰ ਦੇ ਸਾਰੇ ਜੀਆਂ ਨੇ ਕਈ ਸਾਲ ਸਖਤ ਮਿਹਨਤ ਕੀਤੀ ਤਾਂ ਉਹਨਾਂ ਦੇ ਦਿਨ ਫਿਰ ਗਏ। ਦੰਦ ਪੀਣੇ, ਗੁੱਸੇ ਵਿੱਚ ਆਉਣਾ। ਪਾਂਡਵ ਭਰਾਵਾਂ ਨੇ ਦੁਰਯੋਧਨ ਦੁਆਰਾ ਦ੍ਰੋਪਦੀ ਦੀ ਬੇਪਤੀ ਹੁੰਦੇ ਹੋਏ ਵੇਖ ਕੇ ਬੜੇ ਦੰਦ ਪੀਹੇ, ਪਰ ਉਹ ਕੁਝ ਵੀ ਨਾ ਕਰ ਸਕੇ। ਦੰਦ ਖੱਟੇ ਕਰਨੇ, ਹਰਾ ਦੇਣਾ। ਮਹਾਰਾਣਾ ਪ੍ਰਤਾਪ ਅਤੇ ਉਸਦੇ ਸਾਥੀ ਰਾਜਪੂਤਾਂ ਨੇ ਅਕਬਰ ਦੀਆਂ ਫੌਜਾਂ ਦੇ ਕਈ ਵਾਰੀ ਦੰਦ ਖੱਟੇ ਕੀਤੇ। ਧੱਕਾ ਕਰਨਾ, ਅਨਿਆਂ ਕਰਨਾ। ਚੰਗਾ ਰਾਜ ਪ੍ਰਬੰਧ ਉਹੀ ਹੈ ਜਿਸ ਵਿੱਚ ਕਿਸੇ ਗਰੀਬ ਨਾਲ ਕਦੇ ਵੀ ਧੱਕਾ ਨਹੀਂ ਹੁੰਦਾ। ਧੌਲਿਆਂ ਦੀ ਲਾਜ ਰੱਖਣੀ, ਬਿਰਧ ਜਾਣ ਕੇ ਲਿਹਾਜ਼ ਕਰਨੀ। ਬਾਬਾ ਜੀ ਨੇ ਆਪਣੇ ਪੋਤਰੇ ਨੂੰ ਕਿਹਾ, ਮੇਰੇ ਧੌਲਿਆਂ ਦੀ ਲਾਜ ਰੱਖੀ ਤੇ ਭੁੱਲ ਕੇ ਵੀ ਕਦੀ ਗਲਤ ਕੰਮ ਨਾ ਕਰੀ। ਨੱਕ ਰੱਖਣਾ, ਇੱਜ਼ਤ ਰੱਖਣੀ। ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤ ਕੇ ਭਾਰਤੀਆਂ ਦਾ ਨੱਕ ਰੱਖ ਲਿਆ। ਨੱਕ ਰਗੜਨਾ, ਤਰਲੇ ਮਾਰਨਾ। ਜਦੋਂ ਰਾਮਾ ਨਕਲ ਕਰਦਾ ਫੜਿਆ ਗਿਆ ਤਾਂ ਉਸਨੇ ਸੈਂਟਰ ਸੁਪਰਡੈਂਟ ਅੱਗੇ ਬਹੁਤ ਨੱਕ ਰਗੜੇ, ਪਰ ਸੁਪਰਡੈਂਟ ਨੇ ਉਸਨੂੰ ਮਾਫ਼ ਨਾ ਕੀਤਾ। ਨੱਕ ਚੜ੍ਹਨਾ, ਨਫ਼ਰਤ ਕਰਨੀ। ਦੂਜਿਆਂ ਦੇ ਗੁਣਾਂ ਨੂੰ ਵੇਖੋ, ਉਹਨਾਂ ਦੀ ਕਮੀਆਂ ਵੇਖ ਵੇਖ ਕੇ ਨੱਕ ਨਾ ਚੜ੍ਹਾਓ। ਨੱਕ 'ਤੇ ਮੱਖੀ ਨਾ ਬਹਿਣ ਦੇਣਾ, ਨਖਰੇ ਕਰਨੇ। ਸਰਬਜੀਤ ਦਾ ਮਿਜ਼ਾਜ ਹੀ ਅਲੱਗ ਹੈ, ਕਦੇ ਨੱਕ 'ਤੇ ਮੱਖੀ ਨਹੀਂ ਬਹਿਣ ਦਿੰਦੀ। ਪਾਜ ਖੁੱਲ੍ਹ ਜਾਣਾ, ਭੇਦ ਖੁੱਲ੍ਹ ਜਾਣਾ। ਲੁਕ ਛਿਪ ਕੇ ਵੀ ਬੁਰਾ ਕੰਮ ਨਾ ਕਰੋ, ਕਿਉਂਕਿ ਅਜਿਹੇ ਕੰਮ ਦਾ ਪਾਜ ਖੁੱਲ੍ਹਣ ਨੂੰ ਦੇਰ ਨਹੀਂ ਲੱਗਦੀ। ਪਾਪੜ ਵੇਲਣਾ, ਕਈ ਕੰਮ ਕਰਨੇ। ਆਮ ਆਦਮੀ ਨੂੰ ਘਰ ਦੇ ਖਰਚੇ ਪੂਰੇ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ।
ਪੁੱਠੀਆਂ ਛਾਲਾਂ ਮਾਰਨੀਆਂ, ਬਹੁਤ ਖੁਸ਼ ਹੋਣਾ। ਜਦੋਂ ਖਿਡਾਰੀ ਮੈਚ ਜਿੱਤ ਕੇ ਗਏ ਤਾਂ ਉਹਨਾਂ ਨੇ ਪੁੱਠੀਆਂ ਛਾਲਾਂ ਮਾਰੀਆਂ ਜਾਂ ਮਾਰਨ ਲੱਗੇ। ਪੈਰਾਂ ਹੇਠੋਂ ਜ਼ਮੀਨ ਖਿਸਕਣਾ, ਘਬਰਾ ਜਾਣਾ। ਪੁਲਿਸ ਦੀ ਗੱਡੀ ਸਾਹਮਣੇ ਤੋਂ ਆਉਂਦਿਆਂ ਦੇਖ ਕੇ ਸਮਗਲਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਫਿੱਕੇ ਪੈਣਾ, ਸ਼ਰਮਿੰਦੇ ਹੋਣਾ। ਝੂਠ ਬੋਲ ਕੇ ਵਿਆਹ ਕਰਾਉਣ ਵਾਲੇ ਅੰਤ ਨੂੰ ਫਿੱਕੇ ਪੈਂਦੇ ਹਨ। ਫੁੱਟੀ ਅੱਖ ਨਾ ਪਾਉਣਾ, ਨਫ਼ਰਤ ਕਰਨਾ। ਵੱਡੀ ਖੋਰ ਕਿਸੇ ਨੂੰ ਫੁੱਟੀ ਅੱਖ ਨਹੀਂ ਪਾਉਂਦੇ। ਅੱਗੇ ਬੱਚਿਓ, ਫੁੱਲੇ ਨਾ ਸਮਾਉਣਾ, ਬਹੁਤ ਖੁਸ਼ ਹੋਣਾ। ਮੀਨੂ ਆਪਣੀ ਭੈਣ ਦੀ PCS ਵਿੱਚ ਚੁਣੇ ਜਾਣ 'ਤੇ ਫੁੱਲੀ ਨਹੀਂ ਸਮਾ ਰਹੀ ਸੀ। ਬਾਂਹ ਭੱਜਣੀ, ਆਸਰਾ ਟੁੱਟਣਾ। ਸੰਸਾਰ ਵਿੱਚ ਰੂਸ ਦੇ ਟੁੱਟਣ 'ਤੇ ਭਾਰਤ ਨੂੰ ਆਪਣੀ ਬਾਂਹ ਭੱਜੀ ਪ੍ਰਤੀਤ ਹੋਈ। ਬੁੱਕਲ ਵਿੱਚ ਮੂੰਹ ਦੇਣਾ, ਸ਼ਰਮਿੰਦਾ ਹੋਣਾ। ਪਹਿਲਾਂ ਤਾਂ ਸਾਨੂੰ ਚੁਗਲੀ ਕਰਨੀ ਹੀ ਨਹੀਂ ਚਾਹੀਦੀ, ਬਾਅਦ ਵਿੱਚ ਬੁੱਕਲ ਵਿੱਚ ਮੂੰਹ ਦੇਣ ਦਾ ਕੀ ਫਾਇਦਾ। ਭੰਡੀ ਕਰਨੀ, ਬੁਰਾਈ ਕਰਨੀ। ਨੂੰਹ ਅਤੇ ਸੱਸ ਦੋਵੇਂ ਚੰਗੀਆਂ ਹਨ, ਕਦੇ ਵੀ ਇੱਕ ਦੂਜੇ ਦੀ ਭੰਡੀ ਨਹੀਂ ਕਰਦੀਆਂ। ਮੈਦਾਨ ਮਾਰਨਾ, ਜਿੱਤ ਹਾਸਲ ਕਰਨੀ। ਸਾਡੇ ਸਕੂਲ ਦੀ ਟੀਮ ਸ਼ੁਰੂ ਤੋਂ ਹੀ ਤਕੜੀ ਸੀ। ਟੂਰਨਾਮੈਂਟ ਵਿੱਚ ਹੋਰ ਸਾਰੇ ਸਕੂਲਾਂ ਤੋਂ ਮੈਦਾਨ ਮਾਰ ਲਿਆ ਹੈ। ਮੂੰਹ ਦੀ ਖਾਣੀ, ਹਾਰ ਹੋਣੀ। ਫਰਾਂਸ ਭਾਰਤ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਅੰਗਰੇਜ਼ਾਂ ਤੋਂ ਮੂੰਹ ਦੀ ਖਾਣੀ ਪਈ। ਮੁੱਠੀ ਗਰਮ ਕਰਨੀ, ਰਿਸ਼ਵਤ ਦੇਣੀ। ਨੌਕਰੀਆਂ ਪ੍ਰਾਪਤ ਕਰਨ ਲਈ ਅਜੇ ਵੀ ਵੱਡੇ ਅਫਸਰਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ। ਮੱਖਣ ਵਿੱਚੋਂ ਵਾਲ ਵਾਂਗੂ ਕੱਢਣਾ, ਆਸਾਨੀ ਨਾਲ ਦੁਸ਼ਮਣ ਨੂੰ ਹਰਾ ਦੇਣਾ। ਹਰੀ ਨੇ ਧੋਖਾ ਕਰਕੇ ਪਾਲ ਨੂੰ ਆਪਣੇ ਸਾਂਝੇ ਕਾਰੋਬਾਰ ਵਿੱਚੋਂ ਮੱਖਣ ਵਿੱਚੋਂ ਵਾਲ ਵਾਂਗੂ ਕੱਢ ਦਿੱਤਾ। ਯੱਕੜ ਮਾਰਨੇ, ਗੱਪ ਮਾਰਨਾ। ਸੁਰਜੀਤ ਹਰ ਵਕਤ ਯੱਕੜ ਮਾਰਦਾ ਰਹਿੰਦਾ ਹੈ, ਕੋਈ ਕੰਮ ਦੀ ਗੱਲ ਨਹੀਂ ਕਰਦਾ। ਰਾਈ ਦਾ ਪਹਾੜ ਬਣਾਉਣਾ, ਵਧਾ ਚੜ੍ਹਾ ਕੇ ਗੱਲ ਕਰਨੀ। ਚੰਗੇ ਪੱਤਰਕਾਰ ਕਿਸੇ ਘਟਨਾ ਨੂੰ ਜਿੰਨੀ ਕੁ ਹੁੰਦੀ ਹੈ ਉਨੀ ਕੁ ਦੱਸਦੇ ਹਨ, ਰਾਈ ਦਾ ਪਹਾੜ ਨਹੀਂ ਬਣਾਉਂਦੇ। ਰਫੂ ਚੱਕਰ ਹੋ ਜਾਣਾ, ਦੌੜ ਜਾਣਾ। ਜੇਬ ਕਤਰਾ, ਮੇਰੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ। ਰੰਗ ਉੱਡ ਜਾਣਾ, ਘਬਰਾਉਣਾ। ਇਮਤਿਹਾਨ ਵਿੱਚੋਂ ਫੇਲ ਹੋਣ ਦੀ ਖਬਰ ਸੁਣ ਕੇ ਬਿੱਲੂ ਦਾ ਰੰਗ ਉੱਡ ਗਿਆ। ਲੜ ਫੜਨਾ, ਆਸਰਾ ਲੈਣਾ। ਸੰਬੰਧੀ ਜਾਂ ਮਿੱਤਰ ਉਹੀ ਵਡਿਆਈ-ਯੋਗ ਹੁੰਦੇ ਹਨ ਜਿਸ ਦਾ ਭੀੜ ਪੈਣ 'ਤੇ ਤੁਸੀਂ ਲੜ ਫੜ ਸਕੋ। ਲਹੂ ਪੱਗਰਨਾ, ਪਿਆਰ ਜਾਗ ਪੈਣਾ। ਆਪਣੀ ਔਲਾਦ ਲਈ ਮਾਂ-ਬਾਪ ਦਾ ਲਹੂ ਪੱਗਰ ਜਾਂਦਾ ਹੈ, ਚਾਹੇ ਉਹ ਕਸੂਰਵਾਰ ਕਿਉਂ ਨਾ ਹੋਵੇ। ਲਹੂ ਸੁੱਕਣਾ, ਫਿਕਰ ਹੋਣਾ। ਇਮਤਿਹਾਨਾਂ ਦਾ ਅਜਿਹਾ ਹਊਆ ਬੁਣਿਆ ਹੋਇਆ ਹੈ ਕਿ ਵਿਦਿਆਰਥੀਆਂ ਦਾ ਸਾਰਾ ਲਹੂ ਸੁੱਕਦਾ ਰਹਿੰਦਾ ਹੈ ਨਾ ਬੱਚਿਓ? ਪਰ ਨਹੀਂ ਸੁੱਕਣਾ ਚਾਹੀਦਾ। ਵਾਲ ਵੀ ਵਿੰਗਾ ਨਾ ਹੋਣਾ, ਕੋਈ ਨੁਕਸਾਨ ਨਾ ਹੋਣਾ। ਦੁਰਘਟਨਾ ਵਿੱਚ ਦੋਹਾਂ ਕਾਰਾਂ ਦਾ ਬਹੁਤ ਨੁਕਸਾਨ ਹੋਇਆ, ਪਰ ਸਵਾਰੀਆਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਵੇਲੇ ਨੂੰ ਰੋਣਾ, ਪਛਤਾਉਣਾ। ਜੋ ਲੋਕ ਸਮੇਂ ਦੀ ਕਦਰ ਨਹੀਂ ਕਰਦੇ ਉਹ ਬੀਤੇ ਵੇਲੇ ਨੂੰ ਰੋਂਦੇ ਹਨ, ਪਰ ਆਪਾਂ ਨਹੀਂ ਰੋਣਾ ਬੱਚਿਓ। ਸੋ ਬੱਚਿਓ, ਇਹ ਸਨ ਆਪਣੇ ਮੁਹਾਵਰੇ। ਇਹ ਜੋ ਤੁਹਾਨੂੰ ਕਿਤਾਬ ਦੇ ਵਿੱਚ ਦਿੱਤੇ ਹੋਣ, ਤੁਹਾਡੀ ਪੁਸਤਕ ਦੇ ਵਿੱਚ ਵਿਆਕਰਨ ਦੇ ਵਿੱਚ ਦਿੱਤੇ ਹੋਏ ਨੇ, ਇਹਨਾਂ ਤੋਂ ਇਲਾਵਾ ਬੱਚਿਓ ਤੁਸੀਂ ਅਰਥ ਸਮਝ ਕੇ ਆਪਣੇ ਕੋਲੋਂ ਵੀ ਇਹਨਾਂ ਨੂੰ ਲਿਖ ਸਕਦੇ ਹੋ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆਏ ਨੇ ਬੱਚਿਓ।